ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ। ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਗੱਲਬਾਤ ਇੱਕ ਵਾਰ ਫੇਰ ਹੋਏਗੀ ਕੈਨੇਡਾ ਦੇ ਕਾਰੋਬਾਰੀਆਂ ਨੂੰ ਪੰਜਾਬ ਤੇ ਭਾਰਤ ਆਧਾਰਿਤ ਗੈਂਗਸਟਰਾਂ ਤੋਂ ਖਤਰੇ ਦੀ। ਆਪਣੀ ਬੀਤੀ ਰਿਪੋਰਟ ਵਿੱਚ ਮੈਂ ਜ਼ਿਕਰ ਕੀਤਾ ਸੀ ਪੱਛਮੀ ਕੈਨੇਡਾ ਸਰੀ ਐਬਟਸਫੋਰਡ ਵਰਗੇ ਸ਼ਹਿਰ ਦੇ ਵਪਾਰੀਆਂ ਨੂੰ ਕਿਸ ਤਰੀਕੇ ਨਾਲ ਧਮਕੀ ਭਰੇ ਪੱਤਰ ਤੇ ਵੌਇਸ ਨੋਟਸ ਦੇ ਜ਼ਰੀਏ ਰੰਗਦਾਰੀ ਦੀ ਵਸੂਲੀ ਲਈ ਕਾਲਸ ਜਾਂ ਫਿਰ ਸੁਨੇਹੇ ਲਾਏ ਜਾ ਰਹੇ ਨੇ। ਲੇਕਿਨ ਅੱਜ ਗੱਲ ਕਰਾਂਗੇ ਇੱਕ ਬਹੁਤ ਵੱਡੇ ਕੈਨੇਡਾ ਦੇ ਕਾਰੋਬਾਰੀ ਨਿਊ ਮਿਲੇਨੀਅਮ ਟਾਇਰ ਸੈਂਟਰ ਦੇ ਮਾਲਕ ਤੁੱਗਾ ਬ੍ਰਦਰਜ਼ ਦੇ ਵਿੱਚੋਂ ਇੱਕ ਭਰਾ ਐਂਡੀ ਤੁੱਗਾ ਦੇ ਬਿਜ਼ਨਸ ਯੂਨਿਟ ਉਹਨਾਂ ਦੇ ਸ਼ੋਰੂਮ ਦੇ ਬਾਹਰ ਚੱਲੀਆਂ ਗੋਲੀਆਂ। ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ 25 ਕਲਾਰਕ ਬੁਲੇਵਾਰਡ ਇਹ ਬ੍ਰੈਂਪਟਨ ਸ਼ਹਿਰ ਓਨਟਾਰੀਓ ਪ੍ਰੋਵਿੰਸ ਯਾਨੀ ਕਿ ਪੂਰਬੀ ਕੈਨੇਡਾ ਦਾ ਉਹ ਇਲਾਕਾ ਹੈ ਜਿੱਥੇ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਦਾ ਹੈੱਡਕੁਆਟਰ ਹੈ। ਇਸੇ ਨਿਊ ਮਿਲੇਨੀਅਮ ਟਾਇਰ ਸੈਂਟਰ ਜੋ ਕਿ ਤਕਰੀਬਨ 2.5-3 ਦਹਾਕੇ ਤੋਂ ਇੱਕ ਬਹੁਤ ਵੱਡੇ ਕਾਰੋਬਾਰ ਦੇ ਰੂਪ ਵਿੱਚ ਤੁੱਗਾ ਬ੍ਰਦਰਜ਼ ਵੱਲੋਂ ਐਸਟੈਬਲਿਸ਼ ਕੀਤਾ ਗਿਆ ਹੈ। ਉਹੀ ਤੁੱਗਾ ਬ੍ਰਦਰਜ਼ ਜੋ ਕਿ ਕਬੱਡੀ ਦੇ ਖੇਡ ਨੂੰ ਪ੍ਰਮੋਟ ਵੀ ਕਰਦੇ ਨੇ, ਉਹੀ ਤੁੱਗਾ ਬ੍ਰਦਰਜ਼ ਤੇ ਖਾਸ ਕਰਕੇ ਐਂਡੀ ਤੁੱਗਾ ਜੋ ਕਿ ਮਨਕੀਰਤ ਔਲਖ ਦਾ ਬਹੁਤ ਹੀ ਕਰੀਬੀ ਮੰਨਿਆ ਜਾਂਦਾ ਹੈ। ਉਹਨਾਂ ਨੂੰ ਇੱਕ ਪੈਟਰਨ ਦੇ ਰੂਪ ਵਿੱਚ, ਪ੍ਰਮੋਟਰ ਦੇ ਰੂਪ ਵਿੱਚ ਮਨਕੀਰਤ ਔਲਖ ਦੇ ਬਹੁਤ ਹੀ ਕਰੀਬੀ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਨਾਰਥ ਅਮਰੀਕਾ ਦੇ ਵਿੱਚ ਮਨਕੀਰਤ ਦੇ ਜਿਹੜੇ ਵੀ ਫੇਰੇ, ਜਿਹੜੇ ਵੀ ਵਿਜ਼ਿਟਸ ਹੁੰਦੇ ਨੇ, ਉਹਨਾਂ ਦੌਰਾਨ ਪੂਰੀ ਹੌਸਪਿਟੈਲਿਟੀ ਦਾ ਜ਼ਿੰਮਾ ਐਂਡੀ ਤੁੱਗਾ ਦਾ ਹੁੰਦਾ ਹੈ। ਉਸੇ ਐਂਡੀ ਤੁੱਗਾ ਦੇ ਸ਼ੋਰੂਮ ਦੇ ਬਾਹਰ ਗੋਲੀਆਂ ਚੱਲਦੀਆਂ ਨੇ ਤੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਕਿਸੇ ਹੋਰ ਵੱਲੋਂ ਨਹੀਂ ਬਲਕਿ ਇਸ ਵਾਰਦਾਤ ਦੇ ਹੋਣ ਤੋਂ ਤਕਰੀਬਨ 24 ਘੰਟੇ ਬਾਅਦ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਲਈ ਜਾਂਦੀ ਹੈ। ਹੁਣ ਇਹ ਜਿਹੜੀ ਸੋਸ਼ਲ ਮੀਡੀਆ ਪੋਸਟ ਹੈ ਇੱਕ ਨਵਾਂ ਹੈਂਡਲ ਕ੍ਰੀਏਟ ਕਰਕੇ, ਪੋਸਟ ਕ੍ਰੀਏਟ ਕਰਕੇ ਇੱਥੇ ਜ਼ਿੰਮੇਵਾਰੀ ਚੁੱਕੀ ਗਈ ਹੈ। ਹੁਣ ਇਸ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਇਸ ਜ਼ਿੰਮੇਵਾਰੀ ਚੁੱਕਣ ਦਾ ਇੱਕ ਬਹੁਤ ਹੀ ਗੰਭੀਰ ਮਾਇਨਾ ਹੈ। ਇੱਕ ਬਹੁਤ ਵੱਡੀ ਕੰਟਰਾਡਿਕਸ਼ਨ ਇਸ ਪੋਸਟ ਦੇ ਪਾਏ ਜਾਣ ਨੂੰ ਲੈ ਕੇ ਸਮਝ ਵਿੱਚ ਆਉਂਦੀ ਹੈ ਕਿਉਂਕਿ ਮਨਕੀਰਤ ਔਲਖ ਤੇ ਲਾਰੈਂਸ ਬਿਸ਼ਨੋਈ ਆਪਸ ਦੇ ਵਿੱਚ ਕਿਸੇ ਸਮੇਂ ਵਰਤਦੇ ਵੀ ਰਹੇ ਨੇ ਤੇ ਵਿੱਕੀ ਮਿੱਡੂ ਖੇੜਾ, ਲਾਰੈਂਸ ਬਿਸ਼ਨੋਈ ਤੇ ਮਨਕੀਰਤ ਔਲਖ ਇਹਨਾਂ ਦੀ ਜਿਹੜੀ ਆਪਸੀ ਨੇੜਤਾਵਾਂ ਰਹੀਆਂ ਨੇ। ਲਾਰੈਂਸ ਬਿਸ਼ਨੋਈ ਦਾ ਵਿਰੋਧੀ ਗੈਂਗ ਜਿਹੜਾ ਦਵਿੰਦਰ ਬੰਬੀਹਾ ਹੈ ਉਸ ਵੱਲੋਂ ਲਗਾਤਾਰ ਐਂਡੀ ਤੁੱਗਾ ਦੇ ਖਿਲਾਫ ਕਈ ਕਿਸਮ ਦੀ ਸੋਸ਼ਲ ਪੋਸਟ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਨੇ। ਉਹ ਸਾਰੀ ਟਿੱਪਣੀਆਂ ਦੇ ਵਿੱਚ ਐਂਡੀ ਤੁੱਗਾ ਨੂੰ, ਮਨਕੀਰਤ ਔਲਖ ਅਤੇ ਈਵਨ ਗੋਲਡੀ ਬਰਾਡ ਨੂੰ ਪਨਾਹ ਦੇਣ ਵਾਲੇ ਕਹਿ ਲਈਏ ਜਾਂ ਉਹਨਾਂ ਨੂੰ ਸਹਾਰਾ ਨਾਰਥ ਅਮਰੀਕਾ ਦੇ ਵਿੱਚ ਦੇਣ ਵਾਲੇ ਵਿਅਕਤੀ ਵਜੋਂ ਵੀ ਦਰਸਾਇਆ ਗਿਆ ਹੈ। ਇਹ ਸਾਰੀਆਂ ਗੱਲਾਂ ਬਾਤਾਂ ਸੋਸ਼ਲ ਮੀਡੀਆ ਦੇ ਕਲੇਮਸ ਹੈਗੇ ਨੇ। ਇਹਨਾਂ ਦੇ ਪਿੱਛੇ ਕਿੱਡੀ ਕੁ ਸੱਚਾਈ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਲੇਕਿਨ ਐਂਡੀ ਤੁੱਗਾ ਨੂੰ ਜੇ ਮਨਕੀਰਤ ਔਲਖ ਦੇ ਇੱਕ ਪੈਟਰਨ, ਇੱਕ ਪ੍ਰਮੋਟਰ ਦੇ ਰੂਪ ਵਿੱਚ ਵੇਖੀਏ ਤੇ ਮਨਕੀਰਤ ਔਲਖ ਦੀ ਜਿਹੜੀ ਨੇੜਤਾ ਮਰਹੂਮ ਵਿੱਕੀ ਮਿੱਡੂ ਖੇੜਾ ਜਾਂ ਲਾਰੈਂਸ ਬਿਸ਼ਨੋਈ ਦੇ ਨਾਲ ਰਹੀਏ ਤੇ ਜੇ ਇਸ ਪੂਰੀ ਦੀ ਪੂਰੀ ਸਿਨਰਜੀ ਨੂੰ ਸਮਝੀਏ ਤਾਂ ਆਪਣੇ ਆਪ ਦੇ ਵਿੱਚ ਇਹ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕੀਤੇ ਗਏ ਕਲੇਮ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ। ਉਹ ਲਾਰੈਂਸ ਬਿਸ਼ਨੋਈ ਜੋ ਕਿ ਮਨਕੀਰਤ ਔਲਖ ਦੇ ਨਾਲ ਕਾਲਜ ਤੇ ਯੂਨੀਵਰਸਿਟੀ ਦੇ ਸਮਿਆਂ ਦੇ ਵਿੱਚ ਸਾਂਝ ਰੱਖ ਚੁੱਕਿਆ ਹੈ, ਉਸ ਦੇ ਨਾਲ ਸੰਬੰਧ ਰੱਖ ਚੁੱਕਿਆ ਹੈ, ਉਸੇ ਮਨਕੀਰਤ ਔਲਖ ਦੇ ਪੈਟਰਨ ਯਾਨੀ ਕਿ ਐਂਡੀ ਤੁੱਗਾ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ। ਲੇਕਿਨ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ। ਅੱਜ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਅਹਿਮ ਤੇ ਬਹੁਤ ਹੀ ਚਿੰਤਾਜਨਕ ਟ੍ਰੈਂਡ, ਜਿਵੇਂ ਆਪਾਂ ਕੱਲ ਪੱਛਮੀ ਕੈਨੇਡਾ ਤੇ ਸਰੀ ਐਬਟਸਫੋਰਡ ਵਰਗੇ ਇਲਾਕਿਆਂ ਦੇ ਵਿੱਚ ਕਾਰੋਬਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਦੀ ਗੱਲ ਕੀਤੀ ਸੀ, ਮੈਂ ਇਹ ਦੱਸਦਾ ਕਿ ਪੂਰਬੀ ਕੈਨੇਡਾ ਯਾਨੀ ਕਿ ਓਨਟਾਰੀਓ ਦਾ ਪ੍ਰੋਵਿੰਸ ਜਿੱਥੇ ਕਿ ਜ਼ਿਆਦਾ ਪੰਜਾਬੀਆਂ ਦੀ ਵਸੋਂ ਹੈ, ਇੱਥੋਂ ਦੇ ਕਾਰੋਬਾਰੀਆਂ ਨੂੰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ। ਮੈਂ ਨਾਂ ਨਹੀਂ ਲਾਂਗਾ, ਇੱਕ ਬਹੁਤ ਵੱਡੀ ਆਟੋਮੋਬਾਈਲ ਕੰਪਨੀ ਦੇ ਮਾਲਕ ਜੋ ਕਿ ਓਨਟਾਰੀਓ ਬੇਸਡ ਕੰਪਨੀ ਹੈ, ਉਸ ਕੰਪਨੀ ਦੇ ਦਫ਼ਤਰ ਤੇ ਸ਼ੋਰੂਮ ਦੇ ਉੱਤੇ ਕੁਝ ਹਫ਼ਤੇ ਪਹਿਲਾਂ ਤਕਰੀਬਨ 100 ਤੋਂ ਵੱਧ ਰਾਉਂਡ ਫਾਇਰਿੰਗ ਹੋਈ ਹੈ, 100 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੱਸਿਆ ਇਹ ਜਾਂਦਾ ਹੈ ਕਿ ਹੈਰੀ ਚੱਠਾ ਵੱਲੋਂ ਗੋਲੀਆਂ ਚਲਾਈਆਂ ਗਈਆਂ। ਅਪੈਰੈਂਟਲੀ ਰੰਗਦਾਰੀ ਦੀ, ਐਕਸਟੋਰਸ਼ਨ ਦੀ ਮੰਗ ਉਸ ਕਾਰੋਬਾਰੀ ਤੋਂ ਕੀਤੀ ਗਈ ਜਿਸ ਨੂੰ ਉਸਨੇ ਪੂਰਾ ਨਹੀਂ ਕੀਤਾ। ਲੇਕਿਨ ਉਸ ਤੋਂ ਬਾਅਦ ਉਸੇ ਬਹੁਤ ਹੀ ਵੱਡਾ ਨਾਂ ਹੈ, ਮੈਂ ਉਸ ਦਾ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਇਸ ਮਾਮਲੇ ਦੀ, ਇਸ ਘਟਨਾ ਜਿਸ ਦੀ ਮੈਂ ਜ਼ਿਕਰ ਕਰਦਾ ਪਿਆ ਹਾਂ, ਇਸ ਦੀ ਕੋਈ ਵੀ ਰਸਮੀ ਸ਼ਿਕਾਇਤ ਦੱਸਿਆ ਜਾਂਦਾ ਹੈ ਕਿ ਪੁਲਿਸ ਨੂੰ ਨਹੀਂ ਕੀਤੀ ਗਈ। ਤੁਸੀਂ ਇਮੇਜਿਨ ਕਰਕੇ ਚੱਲ ਸਕਦੇ ਹੋ ਕਿ ਉਹੀ ਗੈਂਗਸਟਰ ਹੈਰੀ ਚੱਠਾ, ਲਾਰੈਂਸ ਬਿਸ਼ਨੋਈ ਇਹ ਈਸਟਰਨ ਕੈਨੇਡਾ ਦੇ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਵੀ ਇਸ ਤਰੀਕੇ ਦੀਆਂ ਵਾਰਦਾਤਾਂ ਬੈਕ ਟੂ ਬੈਕ ਕਰਵਾ ਰਹੇ ਨੇ ਤਾਂ ਕਿ ਵਪਾਰੀਆਂ ਤੇ ਕਾਰੋਬਾਰੀਆਂ ਦੇ ਮਨਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋਏ। ਸੋ ਹੈਰੀ ਚੱਠਾ ਵੱਲੋਂ ਅਲੈਜਿਡਲੀ ਯਾਨੀ ਕਿ ਕਥਿਤ ਤੌਰ ਤੇ ਕਰਵਾਈ ਗਈ ਇਸ ਵੱਡੀ ਵਾਰਦਾਤ ਬਾਰੇ ਕੋਈ ਵੀ ਵੇਰਵੇ ਜਨਤਕ ਨਹੀਂ ਹੋ ਪਾਏ ਨੇ। ਲੇਕਿਨ ਕੁਝ ਹਫ਼ਤੇ ਪਹਿਲਾਂ ਮੈਂ ਆਪਣੀ ਬੀਤੀ ਰਿਪੋਰਟ ਵਿੱਚ ਇਸ਼ਾਰਾ ਵੀ ਕੀਤਾ ਸੀ ਕਿ ਓਨਟਾਰੀਓ ਇਲਾਕੇ ਦੀ ਇੱਕ ਬਹੁਤ ਵੱਡੀ ਘਟਨਾ ਹੈ। ਮੈਂ ਉਸ ਕਾਰੋਬਾਰੀ ਜਿਸ ਦਾ ਨਾਮ ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਉਸ ਦੇ ਸ਼ੋਰੂਮ ਦੇ ਬਾਹਰ ਗੋਲੀਆਂ ਚੱਲਦੀਆਂ ਨੇ ਲੇਕਿਨ ਉਸ ਤੋਂ ਬਾਅਦ ਉਸ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਜਾਂਦੀ।
ਸੋ ਉਸ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੁਝ ਹੋਰ ਤਸਦੀਕਸ਼ੁਦਾ ਜਾਣਕਾਰੀ ਹੋਈ ਮੈਂ ਤੁਹਾਡੇ ਸਾਹਮਣੇ ਲੈ ਕੇ ਜ਼ਰੂਰ ਆਵਾਂਗਾ। ਲੇਕਿਨ ਅੱਜ ਦੀ ਰਿਪੋਰਟ ਦੇ ਵਿੱਚ ਐਂਡੀ ਧੁੱਗਾ ਬਾਰੇ ਆਪਾਂ ਗੱਲਬਾਤ ਕਰਨੀ ਹੈ। ਐਂਡੀ ਧੁੱਗਾ ਬੇਸਿਕਲੀ ਕੌਣ ਹੈ? ਐਂਡੀ ਧੁੱਗਾ ਇੱਕ ਕਬੱਡੀ ਦਾ ਪ੍ਰਮੋਟਰ ਹੈ। 2.5 ਤੋਂ 3 ਦਹਾਕੇ ਪਹਿਲਾਂ ਕੈਨੇਡਾ ਦੇ ਵਿੱਚ ਇਹ ਪਰਿਵਾਰ ਸਹਿਤ ਆ ਕੇ ਵਸਦੇ ਨੇ, ਲੇਕਿਨ ਪਿਛਲੇ 2.5 ਦਹਾਕਿਆਂ ਦੌਰਾਨ ਇਹਨਾਂ ਦੇ ਕਾਰੋਬਾਰ ਨੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ। ਨਿਊ ਮਿਲੇਨੀਅਮ ਟਾਇਰ ਸੈਂਟਰ ਨਾਰਥ ਅਮਰੀਕਾ ਦਾ ਇੱਕ ਬਹੁਤ ਵੱਡਾ ਅਦਾਰਾ ਬਣਿਆ। ਉਸ ਤੋਂ ਬਾਅਦ ਇਹ ਲੋਕ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਆਏ। ਸੋ ਟਰੱਕਾਂ ਦੀ ਸੇਲ ਪਰਚੇਸ ਤੇ ਟਰੱਕਾਂ ਦੇ ਟਾਇਰਾਂ ਦੇ ਕਾਰੋਬਾਰ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਦੇ ਮੁਨਾਫੇ ਇਹਨਾਂ ਵੱਲੋਂ ਕਮਾਏ ਜਾਂਦੇ ਨੇ। ਇਸ ਤੋਂ ਬਾਅਦ ਇਹਨਾਂ ਵੱਲੋਂ ਕਬੱਡੀ ਦੇ ਟੂਰਨਾਮੈਂਟ ਆਯੋਜਨ ਸ਼ੁਰੂ ਹੋਇਆ, ਜੋ ਕਿ ਕੈਨੇਡਾ, ਨਾਰਥ ਅਮਰੀਕਾ ਤੇ ਈਵਨ ਇੰਡੀਆ ਦੇ ਵਿੱਚ ਵੀ ਕਈ ਟੂਰਨਾਮੈਂਟਾਂ ਦੇ ਆਯੋਜਨ ਦੀ ਸ਼ਕਲ ਦੇ ਵਿੱਚ ਸਾਹਮਣੇ ਆਇਆ। ਐਂਡੀ ਧੁੱਗਾ ਮਨਕੀਰਤ ਔਲਖ ਨੂੰ ਆਪਣੇ ਬੇਟੇ ਵਾਂਗ ਮੰਨਦੇ ਨੇ ਤੇ ਆਪਣੀ ਕਈ ਇੰਟਰਵਿਊਜ਼ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਹੈ। ਸੋ ਮਨਕੀਰਤ ਔਲਖ ਦੀ ਜਿਹੜੀ ਅੰਡਰਸਟੈਂਡਿੰਗ, ਜਿਹੜੀ ਨੇੜਤਾ ਐਂਡੀ ਧੁੱਗੇ ਦੇ ਨਾਲ ਹੈ, ਧੁੱਗਾ ਬ੍ਰਦਰਸ ਦੇ ਨਾਲ ਹੈ, ਉਹ ਦੁਨੀਆ ਦੇ ਵਿੱਚ ਜਗ ਜ਼ਾਹਰ ਹੈ। ਸੋ ਕੀ ਕਾਰਨ ਹੈ ਕਿ ਲਾਰੈਂਸ ਬਿਸ਼ਨੋਈ ਦਾ ਗਰੁੱਪ ਉਹ ਜ਼ਿੰਮੇਵਾਰੀ ਚੁੱਕਦਾ ਪਿਆ ਹੈ, ਜੋ ਕਿ ਸਮਝ ਤੋਂ ਪਰੇ ਹੈ। ਸਮਝ ਤੋਂ ਪਰੇ ਇਸ ਵਾਸਤੇ ਮੈਂ ਜ਼ਿਕਰ ਕਰ ਚੁੱਕਾ ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਬੰਬੀਹਾ ਗੈਂਗ ਜਾਂ ਕੋਈ ਵੀ ਅਜਿਹਾ ਗੈਂਗ ਜੋ ਕਿ ਐਂਡੀ ਧੁੱਗਾ ਨੂੰ ਟਾਰਗੇਟ ਕਰਨਾ ਚਾਹ ਰਿਹਾ ਹੋ ਸਕਦਾ ਹੈ, ਪਹਿਲਾਂ ਉਸ ਦੇ ਖਿਲਾਫ ਸੋਸ਼ਲ ਮੀਡੀਆ ਪੋਸਟਾਂ ਇਹ ਕਹਿ ਕੇ ਪਾ ਰਿਹਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਐਂਡੀ ਧੁੱਗੇ ਜਾਂ ਧੁੱਗਾ ਬ੍ਰਦਰਸ ਵੱਲੋਂ ਮਨਕੀਰਤ ਔਲਖ ਤੇ ਉਸ ਦੇ ਨਾਲ ਦੀ ਜਿਹੜੀ ਲੀਗ ਰਹੀ ਹੈ, ਜੋ ਕਿ ਬੇਸਿਕਲੀ ਲਾਰੈਂਸ ਬਿਸ਼ਨੋਈ ਦੀ ਲੀਗ ਹੈ, ਉਸ ਦੇ ਅਨਸਰਾਂ ਨੂੰ, ਗੋਲਡੀ ਬਰਾੜ ਵਰਗਿਆਂ ਨੂੰ ਸਹਾਰਾ ਦਿੰਦੇ ਰਹੇ ਨੇ। ਬੇਸ਼ੱਕ ਇਹ ਇਲਜ਼ਾਮ ਨੇ ਜਿਨ੍ਹਾਂ ਨੂੰ ਡਿਨਾਈ ਕੀਤਾ ਹੈ। ਐਂਡੀ ਧੁੱਗਾ ਨੇ ਸਾਫ਼ ਕਿਹਾ ਕਿ ਗੋਲਡੀ ਬਰਾੜ ਨੂੰ ਜਾਣਦੇ ਤੱਕ ਨਹੀਂ ਹੈਗੇ ਨੇ। ਮਨਕੀਰਤ ਔਲਖ ਦੇ ਨਾਲ ਪਰਿਵਾਰਕ ਜਿਹੜੇ ਰਿਸ਼ਤੇ ਹੈਗੇ ਨੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਇੰਟਰਪ੍ਰੈਟ ਨਹੀਂ ਕੀਤਾ ਜਾਣਾ ਚਾਹੀਦਾ। ਲੇਕਿਨ ਹੁਣ ਲਾਰੈਂਸ ਬਿਸ਼ਨੋਈ ਦਾ ਗਰੁੱਪ ਇਸ ਤਰੀਕੇ ਦੀ ਘਟਨਾ, ਇਸ ਵਾਰਦਾਤ ਕਰਨ ਤੋਂ ਬਾਅਦ ਇਹ ਜ਼ਿੰਮੇਵਾਰੀ ਲੈ ਰਿਹਾ ਹੈ। ਜਿਹੜੀ ਸਭ ਤੋਂ ਅਹਿਮ ਗੱਲਬਾਤ ਇਸ ਪੋਸਟ ਦੇ ਵਿੱਚ ਲਿਖੀ ਗਈ ਹੈ, ਜੇ ਆਪਾਂ ਇਸ ਪੋਸਟ ਨੂੰ ਸਹੀ ਮੰਨਦੇ ਹਾਂ, ਜਿਸ ਪੋਸਟ ਦੇ ਫੈਕਟਸ, ਜਿਸ ਦੀ ਅਲਟੀਮੇਟ ਵੈਰੀਫਿਕੇਸ਼ਨ ਖੁਦ ਐਂਡੀ ਧੁੱਗਾ ਹੀ ਕਰ ਸਕਦੇ ਨੇ। ਐਂਡੀ ਧੁੱਗਾ ਹੀ ਦੱਸ ਸਕਦੇ ਨੇ ਕਿ ਵਾਕਈ ਉਹਨਾਂ ਨੂੰ ਕਿਸੇ ਗੈਂਗਸਟਰ ਵੱਲੋਂ, ਕਿਸੇ ਕ੍ਰਿਮੀਨਲ ਵੱਲੋਂ ਥ੍ਰੈਟ ਸੀ, ਕਿ ਉਹਨਾਂ ਤੋਂ ਕਿਸੇ ਰੰਗਦਾਰੀ ਦੀ, ਐਕਸਟੋਰਸ਼ਨ ਦੀ ਕਾਲ ਸੀ, ਡਿਮਾਂਡ ਸੀ, ਜਿਸ ਨੂੰ ਕਿ ਪੂਰਾ ਨਹੀਂ ਕੀਤਾ ਜਾ ਸਕਿਆ। ਜਿਹੜੇ ਬਿਜ਼ਨਸ ਤੇ ਜਿਹੜੇ ਧੰਦੇ ਨੂੰ ਲੈ ਕੇ ਆਪਸੀ ਡਿਫਰੈਂਸਿਸ ਦੀ, ਯਾਨੀ ਕਿ ਆਪਸੀ ਮਤਭੇਦਾਂ ਦੀ ਗੱਲ ਇਸ ਪੋਸਟ ਵਿੱਚ ਕੀਤੀ ਗਈ ਹੈ। ਇਹ ਕਿਹਾ ਗਿਆ ਹੈ ਕਿ ਕੁਝ ਪੈਸੇ ਦਾ ਲੈਣ ਦੇਣ ਸੀ, ਜਿਸ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੇ ਤਕਰਾਰ ਚੱਲਦੀ ਪਈ ਸੀ, ਜਿਸ ਤੋਂ ਬਾਅਦ ਇੱਕ ਟ੍ਰੇਲਰ ਵਿਖਾਇਆ ਗਿਆ ਹੈ। ਪੋਸਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਐਂਡੀ ਧੁੱਗਾ ਜੇ ਇਸ ਘਟਨਾ ਤੋਂ ਵੀ ਸਬਕ ਨਹੀਂ ਲੈਂਦੇ ਤੇ ਉਸ ਪੂਰੀ ਦੀ ਪੂਰੀ ਟ੍ਰਾਂਜੈਕਸ਼ਨ ਉਹ ਡੀਲਿੰਗ ਜਿਹੜੀ ਕਿ ਦੋ ਧਿਰਾਂ ਦੇ ਵਿੱਚ, ਜਿਸ ਦੇ ਬਾਰੇ ਸਾਨੂੰ ਕੁਝ ਨਹੀਂ ਪਤਾ, ਕਿਸ ਦੇ ਵਿੱਚ ਕਿਸ ਦਾ ਲੈਣਾ, ਕਿਸ ਦਾ ਦੇਣਾ, ਇਹਨਾਂ ਚੀਜ਼ਾਂ ਬਾਰੇ ਕੋਈ ਵੀ ਵੇਰਵੇ ਇਸ ਪੋਸਟ ਦੇ ਵਿੱਚ ਨਹੀਂ ਦਿੱਤੇ ਗਏ ਨੇ। ਲੇਕਿਨ ਅਪੈਰੈਂਟਲੀ ਇੱਕ ਘਟਨਾ ਜ਼ਮੀਨ ਉੱਤੇ ਹੁੰਦੀ ਹੈ, ਗੋਲੀਆਂ ਚੱਲਦੀਆਂ ਨੇ, ਪੁਲਿਸ ਨੂੰ ਉਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ। ਇਸ ਮਾਮਲੇ ਦੀ ਪੜਤਾਲ ਪੀਲ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਆਪਣੇ ਲੈਵਲ ਉੱਤੇ ਕਰਦੀ ਪਈ ਹੈ, ਕਰ ਰਹੀ ਹੋਏਗੀ। ਲੇਕਿਨ ਇਸ ਮਾਮਲੇ ਦੇ ਵਿੱਚ ਇੱਕ ਐਕਚੁਅਲ ਦੇ ਵਿੱਚ ਜ਼ਮੀਨ ਦੇ ਉੱਤੇ ਸਿਰਫ ਧਮਕੀ ਨਹੀਂ ਸੀ, ਬਲਕਿ ਘਟਨਾ ਹੈ ਜਿਸ ਦੇ ਵਿੱਚ ਗੋਲੀਬਾਰੀ ਹੁੰਦੀ ਹੈ। ਗੋਲੀਬਾਰੀ ਸਿਰਫ ਇੱਕ ਟ੍ਰੇਲਰ ਦੇ ਰੂਪ ਵਜੋਂ ਦਰਸਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਧਮਕੀ ਦਿੱਤੀ ਜਾਂਦੀ ਹੈ ਕਿ ਐਂਡੀ ਧੁੱਗਾ ਦਾ ਇਸ ਤੋਂ ਵੱਡਾ ਨੁਕਸਾਨ ਵੀ ਕੀਤਾ ਜਾ ਸਕਦਾ ਹੈ। ਆਪਣੇ ਆਪ ਦੇ ਵਿੱਚ ਬਹੁਤ ਹੀ ਚਿੰਤਾ ਵਧਾਉਣ ਵਾਲੀ ਖਬਰ ਹੈ, ਕਿਉਂਕਿ ਕੱਲ ਦੀ ਆਪਣੀ ਰਿਪੋਰਟ ਤੇ ਇਸ ਰਿਪੋਰਟ ਨੂੰ ਆਪਾਂ ਜੋੜੀਏ, ਕੈਨੇਡਾ ਇੱਕ ਬਹੁਤ ਵੱਡਾ ਮੁਲਕ ਹੈ, ਉਸ ਦਾ ਪੱਛਮੀ ਤੇ ਪੂਰਬੀ ਦੋਵੇਂ ਜਿਹੜੇ ਕੋਸਟ ਹੈਗੇ ਨੇ, ਕੋਸਟ ਟੂ ਕੋਸਟ ਪੰਜਾਬ ਦੇ ਇੰਡੀਅਨ ਬੇਸਡ ਗੈਂਗਸਟਰਾਂ ਵੱਲੋਂ ਲਗਾਤਾਰ ਇਸ ਤਰੀਕੇ ਦੀਆਂ ਵਾਰਦਾਤਾਂ ਕੀਤਾ ਜਾਣਾ ਕੈਨੇਡੀਅਨ ਅਥਾਰਟੀਜ਼ ਲਈ ਇਸ ਵਕਤ ਇੱਕ ਬਹੁਤ ਵੱਡਾ ਚੈਲੰਜ ਤੇ ਚੁਣੌਤੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਧੁੱਗਾ ਦੇ ਇਸ ਨਿਊ ਮਿਲੇਨੀਅਮ ਟਾਇਰ ਸੈਂਟਰ ਦੇ ਬਾਹਰ ਹੋਈ ਗੋਲੀਬਾਰੀ ਇੱਕ ਹੋਰ ਵੱਖਰੇ ਰੁਝਾਨ ਵੱਲ ਵੀ ਇਸ਼ਾਰਾ ਕਰਦੀ ਹੈ। ਅੰਡਰਵਰਲਡ, ਜਿਸ ਦੇ ਕੋਈ ਨਿਯਮ, ਕੋਈ ਕਾਇਦੇ ਨਹੀਂ ਹੁੰਦੇ, ਉਸ ਦੇ ਵਿੱਚ ਕਾਰੋਬਾਰ ਨੂੰ ਲੈ ਕੇ ਜਿਹੜੇ ਝਗੜੇ ਹੁੰਦੇ ਨੇ, ਉਸ ਦੇ ਪਿੱਛੇ ਜਿਹੜੇ ਹਿੱਤ ਇਨਵੋਲਵ ਹੁੰਦੇ ਨੇ, ਉਹ ਸਭ ਤੋਂ ਉੱਤੇ ਹੁੰਦੇ ਨੇ। ਬਾਪ ਬੜਾ ਨਾ ਭਈਆ, ਸਭਸੇ ਬੜਾ ਰੁਪਈਆ। ਸੋ ਕਿਤੇ ਨਾ ਕਿਤੇ ਇਹ ਲੜਾਈ ਵੀ ਕਾਰੋਬਾਰ ਜਾਂ ਫਿਰ ਕਾਰੋਬਾਰ ਦੇ ਮੁਨਾਫਿਆਂ ਦੀ ਵੰਡ ਨੂੰ ਲੈ ਕੇ ਜੇ ਹੈ, ਜਿਸ ਤਰੀਕੇ ਦੇ ਨਾਲ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਲੇਮ ਕੀਤਾ ਜਾ ਰਿਹਾ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸੋਸ਼ਲ ਮੀਡੀਆ ਪੋਸਟ ਨੂੰ ਐਡੀ ਕ੍ਰੈਡੈਂਸ ਕਿਵੇਂ ਦਿੱਤੀ ਜਾ ਸਕਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਹੋਰ ਕੁਝ ਅਹਿਮ ਡਿਵੈਲਪਮੈਂਟਸ ਪੋਸੀਬਲ ਹੋ ਸਕਦੀਆਂ ਨੇ। ਕੁਝ ਹੋਰ ਜਾਣਕਾਰੀਆਂ ਹੈ ਜਿਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਓਨਟਾਰੀਓ ਦੀ ਉਹ ਘਟਨਾ ਜਿੱਥੇ ਕਿ ਇੱਕ ਹੋਰ ਕਾਰੋਬਾਰੀ ਦੇ ਸ਼ੋਰੂਮ ਦੇ ਬਾਹਰ ਸੈਂਕੜਾਂ ਦੀ ਗਿਣਤੀ ਦੇ ਵਿੱਚ ਗੋਲੀਆਂ ਚੱਲੀਆਂ, ਇਸ ਤਰੀਕੇ ਦੀ ਕਈ ਵਾਈਟਲ ਇਨਪੁਟਸ ਆ ਰਹੀਆਂ ਨੇ। ਹਾਲਾਂਕਿ ਐਂਡੀ ਧੁੱਗਾ ਦੇ ਇਸ ਸ਼ੋਰੂਮ ਦੇ ਬਾਹਰ ਜਿਹੜੀ ਫਾਇਰਿੰਗ ਹੋਈ, ਪਹਿਲਾਂ ਇੰਜ ਲੱਗਾ ਸੀ ਕਿ ਸ਼ਾਇਦ ਹੈਰੀ ਚੱਠਾ ਵੱਲੋਂ ਹੀ ਇਹ ਵਾਰਦਾਤ ਵੀ ਕਰਵਾਈ ਗਈ ਹੈ, ਲੇਕਿਨ ਫਾਈਨਲੀ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਲਈ ਜਾਂਦੀ ਹੈ। ਸੋ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਕਿਸੇ ਹੋਰ ਨੇ ਪੋਸਟ ਪਾਤੀ ਹੋਵੇ, ਐਟਰੀਬਿਊਟ ਕਰਤਾ ਹੋਵੇ, ਕਾਰਨ ਦੱਸਦੇ ਹੋਣ ਕਿ ਲਾਰੈਂਸ ਬਿਸ਼ਨੋਈ ਨੇ ਇਹ ਵਾਰਦਾਤ ਕੀਤੀ ਹੈ, ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਬੜੀ, ਜਿਵੇਂ ਪਹਿਲਾਂ ਜ਼ਿਕਰ ਕੀਤਾ, ਕੰਟਰਾਡਿਕਸ਼ਨ ਹੈ। ਇੱਕ ਬਹੁਤ ਹੀ ਵੱਖਰੀ ਜੀ ਗੱਲਬਾਤ ਲੱਗਦੀ ਹੈ ਕਿ ਮਨਕੀਰਤ ਔਲਖ ਦੇ ਪੈਟਰਨ ਨੂੰ ਹੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਕਿਉਂ ਟਾਰਗੇਟ ਕਰਦਾ ਪਿਆ ਹੈ। ਲੇਕਿਨ ਜੇ ਕੁਝ ਅਜਿਹੇ ਵਪਾਰਕ ਜਾਂ ਬਿਜ਼ਨਸ ਇੰਟਰਸਟ ਹੈ ਜਿਨ੍ਹਾਂ ਬਾਰੇ ਜ਼ਿਆਦਾ ਚਾਨਣਾ ਤਾਂ ਜਾਂ ਐਂਡੀ ਧੁੱਗਾ ਖੁਦ ਪਾ ਸਕਦੇ ਨੇ, ਜੇ ਅਜਿਹੀ ਕੋਈ ਗੱਲਬਾਤ ਹੈ, ਜਾਂ ਫਿਰ ਪੁਲਿਸ ਤਫਤੀਸ਼ ਦੌਰਾਨ ਗੱਲਾਂ ਬਾਤਾਂ ਸਾਹਮਣੇ ਆਣਗੀਆਂ।
ਉਸ ਤੋਂ ਬਿਯੋਂਡ ਜੇ ਕੋਈ ਹੋਰ ਜਾਣਕਾਰੀ ਸਾਡੀ ਨੌਲੇਜ ਵਿੱਚ ਆਏਗੀ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਲੇਕਿਨ ਇਸ ਵਕਤ ਦਾ ਇੱਕ ਬਹੁਤ ਵੱਡਾ ਚੈਲੰਜ, ਜਿਵੇਂ ਕਿ ਮੈਂ ਆਪਣੀ ਬੀਤੀ ਰਿਪੋਰਟ ਦੇ ਵਿੱਚ ਵੀ ਕਿਹਾ ਸੀ, ਨਾਰਥ ਅਮਰੀਕਾ ਤੇ ਕੈਨੇਡਾ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੈਠੇ ਉਹ ਅਨਸਰ, ਉਹ ਕ੍ਰਿਮੀਨਲਸ, ਉਹ ਗੈਂਗਸਟਰ ਜੋ ਕਿ ਭਾਰਤ ਦੇ ਵਿੱਚੋਂ ਫਰਜ਼ੀ ਪਛਾਣਾਂ ਦੇ ਉੱਤੇ ਫਰਜ਼ੀ ਦਸਤਾਵੇਜ਼ ਪੈਦਾ ਕਰਕੇ ਬਾਹਰ ਵਿਦੇਸ਼ਾਂ ਵਿੱਚ ਪਹੁੰਚ ਚੁੱਕੇ ਨੇ, ਡੌਂਕੀਆਂ ਲਾ ਕੇ, ਪੋਲੀਟੀਕਲ ਅਸਾਈਲਮ ਦੇ ਕੇਸ ਬਣਾ ਕੇ, ਉਹ ਹੁਣ ਕੈਨੇਡਾ ਜਾਂ ਨਾਰਥ ਅਮਰੀਕਾ ਦੇ ਇਹਨਾਂ ਸ਼ਹਿਰਾਂ, ਇਹਨਾਂ ਮੁਲਕਾਂ ਦੇ ਵਿੱਚ ਉਸੇ ਤਰੀਕੇ ਦਾ ਹਿਸਾਬ ਕਿਤਾਬ ਸ਼ੁਰੂ ਕਰ ਰਹੇ ਨੇ ਜੋ ਕਿ ਭਾਰਤ ਦੇ ਵਿੱਚ ਉਹ ਕਰਿਆ ਕਰਦੇ ਸਨ। ਇਹ ਇੱਕ ਕੌੜਾ ਤੱਥ ਤੇ ਕੌੜਾ ਸੱਚ ਤਾਂ ਹੈ ਹੀ ਕਿ ਅਪਰਾਧਿਕ ਅਨਸਰਾਂ, ਗੈਂਗਸਟਰਾਂ ਦਾ ਨਾਰਥ ਅਮਰੀਕਾ ਦੇ ਵਿਕਸਿਤ ਇਹਨਾਂ ਮੁਲਕਾਂ, ਇਹਨਾਂ ਸ਼ਹਿਰਾਂ ਦੇ ਵਿੱਚ ਐਕਟਿਵ ਹੋਣਾ, ਰੰਗਦਾਰੀਆਂ ਤੇ ਫਿਰੌਤੀਆਂ ਦੇ ਉਸੇ ਗੋਰਖ ਧੰਦੇ ਨੂੰ ਪੰਜਾਬ ਤੇ ਭਾਰਤ ਦੀ ਹੀ ਤਰਜ਼ ਉੱਤੇ ਸ਼ੁਰੂ ਕਰ ਲੈਣਾ ਇੱਥੋਂ ਦੇ ਸਮਾਜ ਲਈ ਭਵਿੱਖ ਲਈ ਚਿੰਤਾਵਾਂ ਦਾ ਕਾਰਨ ਹੋਣਾ ਚਾਹੀਦਾ ਹੈ। ਲੇਕਿਨ ਇਸ ਦੇ ਨਾਲ ਹੀ ਅੰਡਰਵਰਲਡ ਦੇ ਸਮੀਕਰਨ ਵੀ ਬਦਲਦੇ ਪਏ ਹੈਗੇ ਨੇ। ਬਹੁਤ ਸੀ ਅਜਿਹੀਆਂ ਇਨਪੁਟਸ ਮੇਰੇ ਕੋਲ ਆ ਰਹੀਆਂ ਨੇ ਜਿਨ੍ਹਾਂ ਉੱਤੇ ਭਵਿੱਖ ਦੇ ਵਿੱਚ ਆਪਾਂ ਰਿਪੋਰਟ ਜ਼ਰੂਰ ਬਣਾਵਾਂਗੇ। ਅੰਡਰਵਰਲਡ ਦੇ ਵਿੱਚ ਅੱਜ ਤੋਂ 1 ਸਾਲ ਪਹਿਲਾਂ ਜਿਹੜੀ ਸਥਿਤੀ ਸੀ, ਅੱਜ ਉਹ ਸਥਿਤੀ ਨਹੀਂ ਹੈ। ਕਿਹੜੇ ਗੈਂਗਸਟਰ ਕਿਹੜੇ ਗਰੁੱਪਾਂ ਦੇ ਨਾਲ ਅਲਾਈਨਡ ਸੀ, ਕਿਹੜੇ ਅਨਸਰ ਕਿਹਦੇ ਨਾਲ ਰਲ ਕੇ ਤਾਲਮੇਲ ਦੇ ਵਿੱਚ ਕੰਮ ਕਰਦੇ ਸੀ, ਉਸ ਦੇ ਵਿੱਚ ਬੜਾ ਵੱਡਾ ਪੈਰਾਡਾਈਮ ਸ਼ਿਫਟ ਜਿਸ ਨੂੰ ਕਹਿੰਦੇ ਆ, ਬਦਲਾਅ ਜਿਹੜੇ ਵੇਖਣ ਨੂੰ ਮਿਲੇ ਨੇ ਤੇ ਪਿਛਲੇ 1 ਸਾਲ ਦੀ ਸਥਿਤੀ ਬਿਲਕੁਲ ਬਦਲ ਚੁੱਕੀ ਹੈ। ਹਾਲਾਂਕਿ ਇਹ ਰਿਪੋਰਟ ਥੋੜਾ ਜਿਹਾ ਸਮਾਂ ਲੱਗੇਗੀ, ਕੋਖ ਕਰਨੀ ਪਏਗੀ, ਲੇਕਿਨ ਜਿਵੇਂ ਇਹ ਸੋਸ਼ਲ ਮੀਡੀਆ ਪੋਸਟ ਜਿਸ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਐਂਡੀ ਧੁੱਗੇ ਦੇ ਸ਼ੋਰੂਮ ਦੇ ਬਾਹਰ ਚਲਵਾਈ ਗਈ ਗੋਲੀ ਦੀ ਜ਼ਿੰਮੇਵਾਰੀ ਲੈ ਰਿਹਾ, ਆਪਣੇ ਆਪ ਦੇ ਵਿੱਚ ਸਮਝ ਤੋਂ ਪਰੇ ਦੀ ਗੱਲਬਾਤ ਹੈ। ਉਸੇ ਤਰੀਕੇ ਦੇ ਨਾਲ ਕਈ ਹੋਰ ਘਟਨਾਵਾਂ ਜੋ ਕਿ ਅੰਡਰਵਰਲਡ ਦੇ ਅੰਡਰ ਕਰੰਟਸ ਵਾਂਗ ਹੁੰਦੀਆਂ ਨੇ, ਸਤਹੀ ਪੱਧਰ ਉੱਤੇ ਨਜ਼ਰ ਨਹੀਂ ਆਉਂਦੀਆਂ, ਬਨੀਥ ਦਾ ਸਰਫੇਸ ਉਹ ਘਟਨਾਵਾਂ ਹੋ ਰਹੀਆਂ ਨੇ, ਉਹ ਪੂਰੇ ਦੇ ਪੂਰੇ ਰੁਝਾਨ ਤੇ ਟ੍ਰੈਂਡਸ ਬਦਲ ਰਹੇ ਨੇ। ਸੋ ਉਹਨਾਂ ਉੱਤੇ ਇੱਕ ਵੱਖਰੀ ਰਿਪੋਰਟ ਬਣੇਗੀ। ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹੀ ਤੱਥ ਲੈ ਕੇ ਆਏ ਭਵਿੱਖ ਦੇ ਵਿੱਚ ਇਸ ਮਾਮਲੇ, ਇਸ ਫਾਇਰਿੰਗ ਦੇ ਇਨਸੀਡੈਂਟ ਤੇ ਉਹ ਜਿਹੜਾ ਇੱਕ ਹੋਰ ਕਾਰੋਬਾਰੀ ਜਿਸ ਦੇ ਸ਼ੋਰੂਮ ਦੇ ਬਾਹਰ ਸੈਂਕੜਾ ਗੋਲੀਆਂ ਚੱਲੀਆਂ ਜੋ ਕਿ ਪੁਲਿਸ ਨੂੰ ਰਿਪੋਰਟ ਨਹੀਂ ਕੀਤੀਆਂ ਗਈਆਂ, ਇਹਨਾਂ ਮਾਮਲਿਆਂ ਦੀ ਹੋਰ ਤਹਿ ਤੱਕ ਜਾਣ ਦੀ ਮੇਰੀ ਕੋਸ਼ਿਸ਼ ਰਹੇਗੀ, ਕਿਉਂਕਿ ਇਸ ਵਕਤ ਮੇਰੇ ਕੋਲ ਇੰਨੀ ਹੀ ਜਾਣਕਾਰੀ ਉਪਲਬਧ ਹੈ। ਬਿਯੋਂਡ ਦੈਟ ਆਈ ਵਾਂਟ ਲਾਈਕ ਟੂ ਜੰਪ ਦ ਗਨ। ਜਿਵੇਂ ਹੋਰ ਵੇਰਵੇ ਤੇ ਤੱਥ ਸਾਹਮਣੇ ਆਉਂਦੇ ਨੇ, ਇਸ ਫਾਇਰਿੰਗ ਦੀ ਅਸਲ ਵਜ੍ਹਾ ਕੀ ਸੀ, ਐਂਡੀ ਧੁੱਗਾ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਤੇ ਲਾਰੈਂਸ ਬਿਸ਼ਨੋਈ ਦਾ ਗਰੁੱਪ ਇਸ ਦੀ ਜ਼ਿੰਮੇਵਾਰੀ ਕਿਉਂ ਲੈ ਰਿਹਾ ਹੈ, ਇਹ ਅਸਲ ਚੀਜ਼ ਹੈਗੀ ਹੈ ਜਿਸ ਦੀ ਜੜ ਤੱਕ ਮੈਂ ਵੀ ਪਹੁੰਚਣਾ ਚਾਹੁੰਦਾ। ਸੋ ਆਪਣੀ ਅਗਲੀ ਕਿਸੇ ਰਿਪੋਰਟ ਦੇ ਵਿੱਚ ਜਿਵੇਂ ਮੇਰੇ ਕੋਲ ਠੋਸ ਜਾਣਕਾਰੀ ਮਿਲਦੀ ਹੈ, ਆਪਾਂ ਉਹ ਸਾਰੇ ਵੇਰਵੇ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਜ਼ਰੂਰ ਹੋਵਾਂਗੇ। ਗਿੱਪੀ ਗਰੇਵਾਲ ਦੇ ਵੈਸਟ ਵੈਨਕੂਵਰ ਸਥਿਤ ਨਿਵਾਸ ਦੇ ਬਾਹਰ ਫਾਇਰਿੰਗ ਦੀ ਘਟਨਾ ਤੋਂ ਲੈ ਕੇ ਐਂਡੀ ਧੁੱਗੇ ਦੇ ਈਸਟਰਨ ਕੈਨੇਡਾ ਦੇ ਸ਼ੋਰੂਮ ਦੇ ਬਾਹਰ ਹੋਈ ਫਾਇਰਿੰਗ, ਇਹਨਾਂ ਘਟਨਾਵਾਂ ਤੇ ਇਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਸੀਆਂ ਅਜਿਹੀਆਂ ਘਟਨਾਵਾਂ ਜੋ ਕਿ ਰਿਪੋਰਟ ਨਹੀਂ ਹੋ ਪਾ ਰਹੀਆਂ ਨੇ। ਡਰ ਦੇ ਮਾਰੇ ਕਾਰੋਬਾਰੀ ਇਹਨਾਂ ਬਾਰੇ ਸ਼ਿਕਾਇਤ ਨਹੀਂ ਕਰ ਰਹੇ। ਉਹਨਾਂ ਦੀ ਹੋਰ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਫਿਨੋਮੀਨਨ ਨੂੰ ਥੋੜਾ ਜਿਹਾ ਹੋਰ ਰਕੋਖਣ ਤੇ ਇਹਦੇ ਦੀ ਹੋਰ ਪੜਚੋਲ ਕਰਨ ਦੀ ਕੋਸ਼ਿਸ਼ ਰਹੇਗੀ। ਲੇਕਿਨ ਉਸ ਦੇ ਲਈ ਸਮਾਂ ਚਾਹੀਦਾ ਹੈ, ਵਕਤ ਚਾਹੀਦਾ ਤੇ ਆਉਣ ਵਾਲੇ ਰਿਪੋਰਟਾਂ ਦੇ ਵਿੱਚ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਟਿਲ ਦ ਟਾਈਮ ਵੀ ਗੈਟ ਐਕਚੁਅਲ ਫੈਕਟਸ ਇਨ ਹੈਂਡ। ਟਿਲ ਦੈਨ ਸਟੇ ਟਿਊਨ। ਇਸ ਚੈਨਲ ਨੂੰ ਵੇਖਣ ਲਈ, ਇਸ ਰਿਪੋਰਟ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਕੋਈ ਵਿਚਾਰ, ਕੋਈ ਟਿੱਪਣੀ ਹੋਏ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ।